ਦੇ ਨਾਲ ਕੇਂਦਰ ਨੇ 3 ਆਰਡੀਨੈਂਸ ਲਾਗੂ ਕੀਤੇ ਨੇ, ਸਿੱਧੇ ਤੌਰ ਤੇ ਆ ਪਾਸ ਹੋ ਚੁੱਕੇ ਨੇ ਲੋਕ ਸਭਾ ਦੇ ਵਿੱਚ। ਉਸ ਦਾ ਵੱਡੇ ਪੱਧਰ ਤੇ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ ਜਿਹੜੇ ਕਿਸਾਨ ਆਗੂ ਨੇ, ਜਿਹੜੇ ਪੋਲੀਟੀਕਲ ਪਾਰਟੀਆਂ ਨੇ, ਕਹਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਆ ਜਿਹੜੇ ਆਰਡੀਨੈਂਸ ਨੇ, ਆ ਜਿਹੜੇ ਬਿੱਲ ਨੇ ਕਿਸਾਨ ਮਾਰੂ ਨੇ। ਲਾਲ ਸਿੰਘ ਮੱਡੀਮੋੜ ਦੇ ਜਿਹੜੇ ਚੇਅਰਮੈਨ ਨੇ, ਕਾਂਗਰਸ ਦੇ ਸੀਨੀਅਰ ਲੀਡਰ ਜਿਹੜੇ ਨੇ, ਸਾਡੇ ਨਾਲ ਨੇ, ਗੱਲਬਾਤ ਕਰ ਲੈਣਾ। ਸਰ, ਕਿਸਾਨ ਮਾਰੂ ਨੇ ਆ ਆਰਡੀਨੈਂਸ ਜੇ ਲਾਗੂ ਹੁੰਦੇ ਨੇ, ਕਿਸ ਢੰਗ ਦੇ ਨਾਲ ਇਸ ਨਾਲ ਕਿਸਾਨੀ ਪ੍ਰਭਾਵਿਤ ਹੋਏਗੀ, ਕਿਸ ਢੰਗ ਦੇ ਨਾਲ ਆ ਕਿਸਾਨਾਂ ਨੂੰ ਬਦਹਾਲੀ ਵੱਲ ਨੂੰ ਤੋਰਨਗੇ? ਗੱਲ ਇਹ ਹੈ ਵੀ ਇਹ ਜਿਹੜਾ ਲੋਕ ਸਭਾ 'ਚ ਆਰਡੀਨੈਂਸ ਪਾਸ ਹੋ ਰਿਹਾ ਹੈ, ਇਹਦੇ ਨਾਲ ਕਿਸਾਨ ਵੀ ਬਰਬਾਦ ਹੋ ਜੂ, ਪੰਜਾਬ ਦੀ ਇਕਨੋਮੀ ਖਤਮ ਹੋ ਜੂ, ਪੰਜਾਬ ਦੀ ਮੰਡੀ ਸਿਸਟਮ ਵੀ ਖਤਮ ਹੋ ਜੂ, ਪੰਜਾਬ ਦਾ ਆੜ੍ਹਤੀਆ ਵੀ ਖਤਮ ਹੋ ਜੂ। ਪਿਛਲੇ ਸਾਲ ਦੇ ਅੰਕੜੇ ਇਹ ਹੈ ਕਿ ਅਸਲ ਪ੍ਰੋਬਲਮ ਪੰਜਾਬ ਦੀ ਇਹ ਹੈ ਵੀ ਪੰਜਾਬ ਦੀ ਜਿਹੜੀ ਇਕਨੋਮੀ ਹੈ ਸਾਰੀ ਨਿਰਭਰ ਕਰਦੀ ਹੈ ਖੇਤੀਬਾੜੀ 'ਤੇ। ਪੰਜਾਬ ਦੇ ਅੰਦਰ ਨਾ ਲੋਹਾ ਧਰਤੀ 'ਚ ਪੈਦਾ ਹੁੰਦਾ, ਨਾ ਕੋਲਾ ਹੁੰਦਾ, ਨਾ ਤੇਲ ਨਿਕਲਦਾ, ਨਾ ਕੋਈ ਖਣਿਜ ਪਦਾਰਥ ਨਿਕਲਦਾ, ਸਿਰਫ ਇਹਦੇ 'ਚ ਫਸਲ ਹੀ ਪੈਦਾ ਹੁੰਦੀ ਹੈ। ਔਰ ਇਸ ਫਸਲ ਦੇ ਨਾਲ ਰੈਵਨਿਊ ਆਉਂਦਾ। ਪਿਛਲੇ ਸਾਲ ਦੇ ਅੰਕੜੇ ਮੈਂ ਤੁਹਾਨੂੰ ਦੱਸਦਾ ਕਿ 19-20 'ਚ ਜਿਹੜੀ ਇਨਕਮ ਹੋਈ ਮੰਡੀ ਬੋਰਡ ਨੂੰ ਇਸ ਸਿਸਟਮ ਦੇ ਨਾਲ 3626 ਕਰੋੜ ਰੁਪਈਆ ਰੈਵਨਿਊ ਆਇਆ ਪੰਜਾਬ ਸਰਕਾਰ ਨੂੰ, ਮੰਡੀ ਬੋਰਡ ਨੂੰ। ਔਰ ਕੋਈ ਇੱਥੇ ਜਿਹੜੇ ਆੜ੍ਹਤੀਏ ਹੈ 36,000 ਆੜ੍ਹਤੀ ਹੈ, ਉਹਨਾਂ ਨੂੰ ਜਿਹੜੀ ਆੜ੍ਹਤ ਆਈ ਹੈ 1611 ਕਰੋੜ ਰੁਪਈਆ ਉਹਨਾਂ ਨੂੰ ਵੀ ਆਇਆ, ਉਹ ਵੀ ਖਤਮ ਹੋ ਜੂ। ਇਹ ਜਿਹੜਾ 3626 ਕਰੋੜ ਰੁਪਈਆ ਇਹ ਵੀ ਖਤਮ ਹੋ ਜਾਣਾ। ਜਿਹੜੇ ਲੇਬਰ ਹੈ 3 ਲੱਖ ਦੇ ਕਰੀਬ ਜਿਹੜੀ ਕੰਮ ਕਰਦੀ ਹੈ, ਇਹਦੇ 'ਚ ਇਨਵੋਲਵ ਹੈ, 1100 ਕਰੋੜ ਰੁਪਈਆ ਉਹਨਾਂ ਨੂੰ ਵੀ ਮਿਲਿਆ, ਉਹ ਵੀ ਖਤਮ ਹੋ ਜਾਣਾ। ਮੇਰਾ ਕਹਿਣ ਤੋਂ ਭਾਵ ਇਹ ਹੈ, ਜਿਹੜਾ ਇਹ ਐਕਟ ਹੈ ਇਹ ਕਹਿੰਦਾ ਹੈ ਕਿ ਕੋਈ ਸਿਸਟਮ ਦੀ ਲੋੜ ਨਹੀਂ, ਕਿਸੇ ਮੰਡੀ ਦੀ ਲੋੜ ਨਹੀਂ, ਕਿਸੇ ਲਾਇਸੈਂਸ ਦੀ ਲੋੜ ਨਹੀਂ। ਜਿਹੜੇ ਵਪਾਰੀ ਵੱਡੇ ਹੈ ਜਾਂ ਛੋਟੇ ਹੈ, ਜਿੱਥੋਂ ਮਰਜ਼ੀ ਜਾ ਕੇ ਖਰੀਦਣ, ਜਿੰਨੀ ਮਰਜ਼ੀ ਖਰੀਦਣ, ਜਿੰਨੀ ਮਰਜ਼ੀ ਰੱਖਣ, ਕੋਈ ਟੈਕਸ ਦੇਣ ਦੀ ਲੋੜ ਨਹੀਂ, ਕਿਸੇ ਮੰਡੀ 'ਚ ਜਾਣ ਦੀ ਲੋੜ ਨਹੀਂ। ਇਹ ਜਿਹੜਾ ਮੰਡੀ ਸਿਸਟਮ ਹੈ ਪੰਜਾਬ 'ਚ ਜਾਂ ਹਰਿਆਣੇ 'ਚ, ਜਿਸ 'ਤੇ ਅਰਬਾਂ ਰੁਪਈਆ ਖਰਚ ਹੋਇਆ ਵਾ, ਇਹ ਸਾਰਾ ਹੀ ਬੇਕਾਰ ਹੋ ਜਾਣਾ। ਤੋ ਇਸ ਹਿਸਾਬ ਨਾਲ ਪੰਜਾਬ ਬਚ ਨਹੀਂ ਸਕਦਾ, ਨਾ ਪੰਜਾਬ ਦਾ ਕਿਸਾਨ ਬਚ ਸਕਦਾ। ਸਵਾਲ ਇਹ ਹੈ ਵੀ ਇਹ ਬਾਰ-ਬਾਰ ਕਹਿੰਦੇ ਜੀ MSP ਰਹੂ, MSP ਰਹੂ। ਮੇਰਾ ਸਵਾਲ ਇਹ MSP ਤਾਂ ਹੁਣ ਵੀ ਹੈਗੀ, ਤੇ ਮੋਦੀ ਸਾਹਿਬ ਨੇ 1850 ਰੁਪਏ MSP ਅਨਾਊਂਸ ਕਰੀ ਦੀ ਮੱਕੀ ਤੇ ਅੱਜ 600 ਰੁਪਏ ਨੂੰ ਕੋਈ ਚੁੱਕਦਾ, 800 ਨੂੰ ਕੋਈ ਨਹੀਂ ਚੁੱਕਦਾ, 900 ਤੋਂ ਥੱਲੇ, ਅੱਧੀ ਕੀਮਤ ਤੋਂ ਵੀ ਥੱਲੇ ਵਿਕ ਰਹੀ ਹੈ, ਵਪਾਰੀ ਖਰੀਦ ਰਿਹਾ। ਉਸ MSP ਦਾ ਕੀ ਫਾਇਦਾ? MSP ਦਾ ਮਤਲਬ ਇਹ ਹੈ, ਕਾਨੂੰਨ ਇਹ ਹੈ ਵੀ MSP ਜਦ ਅਨਾਊਂਸ ਕਰਦੀ ਹੈ ਕੇਂਦਰ ਸਰਕਾਰ ਬੀਜਣ ਤੋਂ ਪਹਿਲਾਂ, ਤਾਂ ਕਿ ਕਿਸਾਨ ਆਪਣੀ ਮਰਜ਼ੀ ਨਾਲ ਜਿੰਨੀ ਚਾਹੇ ਬੀਜੇ। ਇਹਨਾਂ ਨੇ ਮੱਕੀ ਦਾ ਜਿਹੜਾ MSP ਅਨਾਊਂਸ ਕਰਿਆ ਬੀਜਣ ਤੋਂ ਪਹਿਲਾਂ 1850 ਰੁਪਏ ਕੁਇੰਟਲ, ਇੱਕ ਕੁਇੰਟਲ ਸਰਕਾਰ ਨੇ ਨਹੀਂ ਖਰੀਦੀ, FCI ਨੇ ਨਹੀਂ ਖਰੀਦੀ, ਤੇ ਖੁੱਲ੍ਹ ਦੇਤੀ। ਸਾਰਾ ਵਪਾਰੀ 600 ਤੋਂ ਲੈ ਕੇ 900 ਤੱਕ ਵਿਕ ਗਿਆ। ਉਸ MSP ਦਾ ਕੀ ਫਾਇਦਾ? ਹੁਣ ਜੇ MSP ਕੱਲ ਨੂੰ ਯਾਨੀ ਲਾਲ ਸਿੰਘ ਜੀ, ਸਿੱਧੇ ਤੌਰ ਤੇ ਕਹੀਏ ਕਿ MSP ਭਾਵੇਂ ਲਾਗੂ ਰਹੇਗੀ, ਲੇਕਿਨ ਸਰਕਾਰੀ ਏਜੰਸੀਆਂ ਮੰਡੀਆਂ 'ਚੋਂ ਕਿਸਾਨਾਂ ਦੀ ਫਸਲ ਦੀ ਖਰੀਦ ਹੀ ਨਹੀਂ ਕਰਨਗੀਆਂ। ਹਾਂ, ਉਹਦਾ ਕੀ ਫਾਇਦਾ? ਉਹਦਾ ਕੀ? MSP ਸਾਰੇ ਹਿੰਦੁਸਤਾਨ 'ਚ ਹੈ, ਤੇ ਬਿਹਾਰ 'ਚ ਕੋਈ ਨਹੀਂ ਖਰੀਦਦਾ, UP 'ਚ ਕੋਈ ਨਹੀਂ ਖਰੀਦਦਾ, ਸਿਰਫ ਹਰਿਆਣਾ ਤੇ ਪੰਜਾਬ ਜਿੱਥੇ ਮੰਡੀਕਰਨ ਸਿਸਟਮ ਬਣਿਆ ਵਾ, ਇਹ ਉੱਥੇ ਹੀ ਲਾਗੂ ਹੈ। ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਜੇ ਕੱਲ ਨੂੰ ਇਹਨਾਂ ਨੇ ਅੱਖਾਂ ਮੀਚ ਲੀਆਂ ਕਣਕ ਝੋਨੇ ਤੇ, ਅਸੀਂ ਕਿਹਦੀ ਮਾਨੂਮਾਸੀ ਕਹਾਂਗੇ? ਕੀ ਕਰ ਲਾਂਗੇ ਅਸੀਂ? ਤੇ ਅਸੀਂ ਹੁਣ ਕੀ ਕਰ ਲਿਆ? ਕੀ ਸੁਖਬੀਰ ਬਾਦਲ ਨੇ ਕਰ ਲਿਆ ਕਿ ਮੱਕੀ ਦਾ ਭਾਅ ਦਵਾਤਾ? ਅਸੀਂ ਇਸ ਸਾਲ ਮੱਕੀ ਨਹੀਂ ਬੀਜੀ ਕਿਸਾਨਾਂ ਨੇ। ਸਾਡੀ ਕੋਸ਼ਿਸ਼ ਸੀ ਵੀ ਡਾਈਵਰਸਿਟੀ ਵਾਲੇ ਕਿਚਨ ਪਾਸੇ ਜਾਵੇ। ਜੇ ਮੱਕੀ ਨੂੰ ਇੰਨਾ ਭਾਅ ਮਿਲਿਆ ਤਾਂ ਲੋਕ ਝੋਨੇ ਕਣਕ ਨੂੰ ਛੱਡ ਕੇ ਪਾਣੀ ਦੀ ਵੀ ਬੱਚਤ ਹੋਊ ਤੇ ਬਿਜਲੀ ਦੀ ਵੀ ਬੱਚਤ ਹੋਊ, ਮੱਕੀ ਜ਼ਿਆਦਾ ਬੀਜਣਗੇ। ਪਰ ਉਹ ਤਾਂ ਰਸਤਾ ਹੀ ਬੰਦ ਕਰਤਾ ਕੇਂਦਰ ਸਰਕਾਰ ਨੇ। ਉਹ ਜੋ ਰਿਸਪੌਂਸੀਬਲ ਕਿਸਾਨਾਂ ਨਾਲ ਧੋਖਾ ਹੈ, ਕਿਸਾਨਾਂ ਨਾਲ ਗਦਾਰੀ ਹੈ। ਤੇ ਆਉਣ ਵਾਲੇ ਵਕਤ 'ਚ ਕੀ ਗਰੰਟੀ ਹੈ ਵੀ ਅਸੀਂ ਇਸ ਤਰ੍ਹਾਂ ਤੇ ਡਿਪੈਂਡ ਕਰਾਂਗੇ? ਲਾਲ ਸਿੰਘ ਜੀ, ਤੁਸੀਂ ਵੀ ਇੱਥੇ ਇੱਕ ਬੋਰਡ ਲਾਇਆ ਹੋਇਆ, ਮੈਂ ਕਿਸਾਨ ਵਿਰੋਧੀ ਕਾਨੂੰਨ ਦੇ ਖਿਲਾਫ ਹਾਂ। ਤੁਸੀਂ ਆ ਬੋਰਡ ਵੀ ਇੱਥੇ ਲਾਇਆ ਹੋਇਆ, ਸਿੱਧੇ ਤੌਰ ਤੇ ਤੁਸੀਂ ਦਰਸਾ ਵੀ ਰਹੇ ਹੋ। ਲੇਕਿਨ ਜਿਹੜੀ ਅਸਤੀਫਿਆਂ ਦੀ ਸਿਆਸਤ ਸ਼ੁਰੂ ਹੋ ਗਈ, ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਕੈਬਨਿਟ ਤੋਂ ਅਸਤੀਫਾ ਦਿੱਤਾ। ਇਸ ਤੋਂ ਇਲਾਵਾ ਕੁਲਜੀਤ ਸਿੰਘ ਨਾਗਰਾ ਤੁਹਾਡੇ ਹੀ ਸਾਥੀ ਨੇ, ਉਹ ਕਹਿੰਦੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ ਨੈਤਿਕਤਾ ਦੇ ਆਧਾਰ ਤੇ। ਕਿਸ ਤਰ੍ਹਾਂ ਦੇਖਦੇ ਹੋ, ਕਿਆ ਕੇਂਦਰ ਤੇ ਕੋਈ ਦਬਾਅ ਪਊਗਾ ਇਹਨਾਂ ਅਸਤੀਫਿਆਂ ਨਾਲ? ਗੱਲ ਇਹ ਹੈ, अब पछताए क्या होत है जब चिड़िया चुग गई खेत। हाँ जी,
सब कुछ लुटा के होश में आए तो क्या हुआ। ਅੱਜ ਅਸਤੀਫਾ ਦੇ ਦਿੱਤਾ, ਚਲੋ ਚੰਗੀ ਗੱਲ ਹੈ। ਜੇ ਇਹ ਕਿਤੇ ਪਹਿਲਾਂ ਸਟੈਂਡ ਕਰਦੇ, ਜਦੋਂ ਕੈਪਟਨ ਸਾਹਿਬ ਨੇ ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਕਿਹਾ ਵੀ ਆਪਾਂ ਇਕੱਠੇ ਹੋ ਕੇ ਦਿੱਲੀ ਵਾਲਿਆਂ ਤੇ ਦਬਾਅ ਪਾਈਏ, ਇਹ ਲਾਗੂ ਨਾ ਹੋਵੇ, ਇਹਨਾਂ ਨੇ ਸਾਥ ਨਹੀਂ ਦਿਆ, ਇਹ ਉਸ ਵੇਲੇ ਨੂੰ ਡਿਫੈਂਡ ਕਰਦੇ ਰਹੇ। ਹੁਣ ਪ੍ਰੈਸ਼ਰ ਇੰਨਾ ਵੱਧ ਗਿਆ, ਸਾਰੇ ਪੰਜਾਬ 'ਚ ਸਾਰੇ ਕਿਸਾਨਬੰਦੀਆਂ ਜਥੇਬੰਦੀਆਂ ਨੇ ਇੰਨਾ ਪ੍ਰੈਸ਼ਰ ਵਧਾਤਾ, ਇਹ ਮਜਬੂਰ ਹੋ ਗਏ ਵੀ ਅਸੀਂ ਪਿੰਡਾਂ 'ਚ ਵੜਨਾ ਸਾਡਾ ਬੰਦ ਹੋ ਜੂ। ਯੂ ਟਰਨ ਲੈ ਲਈ, ਚਲੋ ਚੰਗਾ ਹੋ ਗਿਆ, ਅਸਤੀਫਾ ਦੇ ਦਿੱਤਾ, ਪਰ ਉਹ ਟ੍ਰੇਨ ਮਿਸ ਕਰ ਗਏ, ਲੇਟ ਹੋ ਗਏ। ਹੁਣ ਜੇ ਬੇਵਕਤੀ ਢੋਲ ਵਜਾਉਣ ਦਾ, ਬੇਸੁਰ ਢੋਲ ਵਜਾਉਣ ਦਾ ਕੋਈ ਮੁੱਲ ਨਹੀਂ ਹੈ। ਲੇਕਿਨ ਲਾਲ ਸਿੰਘ ਜੀ, ਟ੍ਰੇਨ ਨਿਕਲ ਗਈ, ਲੇਟ ਹੋ ਗਏ, ਕਿਸਾਨੀ ਦੀ ਪਟੜੀ ਤੇ ਟ੍ਰੇਨ ਕਦੋਂ ਆਊਗੀ? ਕਿਸਾਨਾਂ ਨੂੰ ਰਾਹਤ ਕਦੋਂ ਮਿਲੇਗੀ? ਕਾਂਗਰਸ ਕੀ ਕੁਝ ਕਰ ਰਹੀ ਹੈ? ਹੁਣ ਕੀ ਸਟੈਂਡ ਹੈ ਕੈਪਟਨ ਸਰਕਾਰ ਦਾ ਇਸ ਮਸਲੇ ਦੇ ਉੱਪਰ? ਲੋਕ ਸਭਾ ਦੇ ਵਿੱਚ ਆਰਡੀਨੈਂਸ ਪਾਸ ਹੋ ਕੇ ਬਿੱਲ ਦੀ ਸ਼ਕਲ ਲੈ ਰਹੇ ਨੇ, ਰਾਜ ਸਭਾ ਦੇ ਵਿੱਚ ਪੇਸ਼ ਹੋ ਰਹੇ ਨੇ, ਤੇ ਫਿਰ ਕਿਆ ਸੂਬਾ ਸਰਕਾਰ ਨੂੰ ਅਧਿਕਾਰ ਹੋਏਗਾ ਜੀ ਜਿਹੜਾ ਕਾਨੂੰਨ ਲਾਗੂ ਹੋ ਗਿਆ ਲੋਕ ਸਭਾ ਦੇ ਵਿੱਚ, ਉਸ ਨੂੰ ਸੂਬੇ ਦੇ ਵਿੱਚ ਰੋਕਿਆ ਜਾ ਸਕੇ? ਕਿਸਾਨਾਂ ਨੂੰ ਕੌਣ ਰਾਹਤ ਦਊਗਾ? ਗੱਲ ਇਹ ਹੈ, ਅੱਜ ਪੰਜਾਬ ਦਾ ਕਿਸਾਨ ਤੇ ਪੰਜਾਬ ਜੇ ਉਮੀਦ ਕਰਦਾ ਹੈ ਤਾਂ ਸਿਰਫ ਕੈਪਟਨ ਅਮਰਿੰਦਰ ਸਿੰਘ ਤੇ ਭਰੋਸਾ ਕਰਦਾ, ਕਿਸੇ ਤੇ ਰਿਹਾ ਨਹੀਂ। ਔਰ ਕੈਪਟਨ ਅਮਰਿੰਦਰ ਸਿੰਘ ਬਹੁਤ ਇੱਕ ਐਸੀ ਸ਼ਖਸੀਅਤ ਹੈ, ਇਸ ਕੰਮ ਵਾਸਤੇ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ। ਮੈਨੂੰ ਲੱਗਦਾ ਹੈ ਵੀ ਉਹ ਕੋਰਟ 'ਚ ਵੀ ਜਾਣਗੇ, ਸੁਪਰੀਮ ਕੋਰਟ ਵੀ ਜਾਣਗੇ, ਹਰ ਵਾਰ ਦੇਖੋ ਕਾਨੂੰਨ ਤਾਂ ਸੈਂਟਰ ਗੌਰਮੈਂਟ ਨੇ ਲਿਆਂਦਾ ਤੇ ਪਾਸ ਉਹਨਾਂ ਦੀ ਮੈਜੋਰਟੀ ਕਰ ਦੇਣਾ। ਉਹਨਾਂ ਦੀ ਨੀਅਤ ਬੇਈਮਾਨ ਹੈ, ਉਹਨਾਂ ਦੀ ਨੀਅਤ ਖਰਾਬ ਹੈ ਕਿ ਮੋਦੀ ਸਰਕਾਰ ਤਾਂ ਸਾਰਾ ਕੁਝ ਜਿਹੜੀ ਹੈ ਨਿੱਜੀਕਰਨ ਤੇ ਲੱਗੀ ਵੀ ਹੈ। ਰੇਲਵੇ ਨੂੰ ਵੀ ਨਿੱਜੀਕਰਨ ਤੇ ਲੱਗੇ ਹੋਏ, 에ਅਰ ਇੰਡੀਆ ਵੀ ਨਿੱਜੀਕਰਨ ਤੇ ਲਾਤਾ, ਖੇਤੀਬਾੜੀ ਜਿਹੜਾ ਇਹ ਮੰਡੀਕਰਨ ਸਿਸਟਮ ਹੈ ਇਹ ਵੀ ਨਿੱਜੀ ਕੰਪਨੀਆਂ ਨੂੰ ਦੇ ਦਿੱਤਾ, ਤੇ ਉਹਨਾਂ ਦੀ ਤਾਂ ਨੀਅਤ ਬੇਈਮਾਨੀ ਹੋਈ ਵੀ, ਉਹ ਤਾਂ ਬਰਬਾਦ ਕਰਨ ਲੱਗੇ ਹੋਏ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ। ਕੈਪਟਨ ਅਮਰਿੰਦਰ ਸਿੰਘ ਤੋਂ ਹੀ ਉਮੀਦਾਂ ਹੈ। ਉਹ ਮੈਂ ਥੋੜੀ ਗੱਲ ਕਹਿ ਦਿੰਦਾ ਵੀ ਬਹੁਤ ਉਹ ਇੱਕ ਐਸੀ ਸ਼ਖਸੀਅਤ ਹੈ ਜਿਹੜਾ ਕਿਸੇ ਹੱਦ ਤੱਕ ਵੀ ਜਾਊਗਾ, ਕੁਝ ਵੀ ਕਰੇਗਾ ਕਿਸਾਨਾਂ ਵਾਸਤੇ, ਪੰਜਾਬੀ ਵਾਸਤੇ, ਪੰਜਾਬੀਅਤ ਵਾਸਤੇ, ਹਰ ਵਾਰ ਇਸਤੇਮਾਲ ਕਰੇਗਾ। ਉਸ ਤੋਂ ਹੀ ਉਮੀਦਾਂ, ਤੇ ਉਸ ਤੋਂ ਹੀ ਉਮੀਦ ਹੋਰ ਕਿਸੇ ਨੂੰ ਕਿਸੇ ਤੇ ਉਮੀਦ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਤਾਕਤ ਜਿਹੜੀ ਹੈ ਕਿਸਾਨੀ ਦੇ ਨਾਂ ਤੇ, ਧਰਮ ਦੇ ਨਾਂ ਤੇ ਲਈ। ਲੇਕਿਨ ਲਾਲ ਸਿੰਘ ਜੀ, ਕਿਆ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ, ਦਬਾਅ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੇਂਦਰ ਤੇ ਉਸ ਦਾ ਪ੍ਰਭਾਵ ਪੈ ਰਿਹਾ ਹੈ? ਔਰ ਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਲਾਲ ਸਿੰਘ ਦੀ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਕਿਸਾਨਾਂ ਨਾਲ ਮੋਢਾ ਜੋੜ ਕੇ ਕੇਂਦਰ ਤੇ ਦਬਾਅ ਪਾਉਣ ਲਈ ਜੇਕਰ ਜੰਤਰ ਮੰਤਰ ਤੇ ਧਰਨਿਆਂ ਦੀ ਵੀ ਲੋੜ ਪਈ ਤੇ ਉਹ ਕਰਦੇ ਨਜ਼ਰ ਆਉਣਗੇ? ਮੈਂ ਤੁਹਾਡੀ ਗੱਲ ਦੱਸ ਦਿੰਦਾ, ਤੁਸੀਂ ਜਿਹੜੀ ਮੈਂ ਤੁਹਾਨੂੰ ਕਹੀ ਨਾ ਵੀ ਕਿਸੇ ਹੱਦ ਤੱਕ ਵੀ ਜਾ ਸਕਦਾ, ਇਹ ਪਹਿਲੀ ਵਾਰ ਨਹੀਂ। ਮੈਂ ਪਹਿਲਾਂ ਗੱਲ ਤਾਂ ਕਰਦਾ ਵਾਜਪਾਈ ਸਾਹਿਬ ਵੇਲੇ, ਜਦੋਂ ਪਹਿਲੀ ਵਾਰ ਸਰਕਾਰ ਬਣੀ ਨਾ, ਉਸ ਵੇਲੇ MSP ਫਰੀਜ਼ ਕਰਤੀ ਸੀ ਵੀ ਵਾਜਪਾਈ ਸਾਹਿਬ ਨੇ। ਇਹ BJP ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ। ਮੈਂ ਉਸ ਵੇਲੇ ਫੂਡ ਮਿਨਿਸਟਰ ਸੀਗਾ, ਮੈਂ ਉਸ ਵੇਲੇ ਖਜ਼ਾਨਾ ਮੰਤਰੀ ਸੀ। 31 ਮਾਰਚ 'ਚ ਸਰਕਾਰ ਬਣੀ, 1 ਅਪ੍ਰੈਲ ਨੂੰ ਖਰੀਦ ਸ਼ੁਰੂ ਹੋ ਜਾਂਦੀ ਹੈ ਕਣਕ ਦੀ, ਤੇ MSP ਅਨਾਉਂਸ ਨਹੀਂ ਹੋਈ। ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਦੇ ਤੌਰ ਤੇ, ਮੁੱਖ ਮੰਤਰੀ ਦੇ ਤੌਰ ਤੇ ਆਪ ਆਪਣੀ ਸਾਰੀ ਕੈਬਨਿਟ ਨੂੰ ਲੈ ਕੇ, ਸਾਰੇ MPਆਂ ਨੂੰ ਲੈ ਕੇ, ਸਾਰੇ MLA ਨੂੰ ਲੈ ਕੇ, ਉਹ ਇੱਕੋ ਹੀ ਬੰਦਾ ਪਹਿਲੀ ਵਾਰ ਜਿਹੜੇ ਵਾਜਪਾਈ ਦੇ ਘਰ ਦੇ ਮੂਹਰੇ ਧਰਨਾ ਲਾਤਾ, ਪੁਲਿਸ ਚੱਕ ਕੇ ਲੈ ਗਈ। ਇਹ ਹਿਸਟਰੀ ਹੈ। ਉਸ ਵੇਲੇ MSP ਖੁਲਵਾਈ ਕੈਪਟਨ ਸਾਹਿਬ ਨੇ ਉਹਨਾਂ ਦੀ ਕੋਸ਼ਿਸ਼ ਨਾਲ। ਇਤਿਹਾਸ ਫਿਰ ਆਪਣੇ ਆਪ ਨੂੰ ਦੁਹਰਾਊਗਾ? ਕਿਆ ਫਿਰ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਲਈ ਆ ਕੁਰਬਾਨੀ ਦੇਣ ਲਈ ਤਿਆਰ ਹੋਣਗੇ? ਜੇ ਮੁੱਖ ਮੰਤਰੀ ਦਾ ਅਹੁਦਾ ਵੀ ਛੱਡਣਾ ਪਿਆ, ਕਿਆ ਉਸ ਲਈ ਤਿਆਰ ਹੈ? ਮੈਂ ਤੁਹਾਨੂੰ ਇੱਕ ਗੱਲ ਕਹਿ ਦੇਵਾਂ ਵੀ ਕੈਪਟਨ ਅਮਰਿੰਦਰ ਸਿੰਘ ਜੀ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ, ਕਿਸੇ ਹੱਦ ਤੱਕ। ਕੋਰਟ ਜਾਣਾ ਪਵੇ, ਧਰਨਾ ਲਾਣਾ ਪਵੇ, ਕਿਸਾਨਾਂ